ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਕਿ ਪਰਮਾਤਮਾ ਨੂੰ ਕਿੱਥੋਂ ਤੇ ਕਿਵੇਂ ਖੋਜੀਏ, ਗੁਰਬਾਣੀ ਦੇ ਆਧਾਰ 'ਤੇ ਆਪਾਂ ਉਹਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ। ਕਿ ਜਿਸ ਤਰ੍ਹਾਂ ਸੰਗਤ ਜੀ ਆਪਾਂ ਛੋਟੇ ਹੁੰਦਿਆਂ ਤੋਂ ਜਿਸ ਤਰ੍ਹਾਂ ਸਿੱਖ ਪਰਿਵਾਰ 'ਚ ਜਨਮ ਹੋਇਆ, ਫਿਰ ਗੁਰਦੁਆਰੇ ਸਾਹਿਬ ਜਾਈਦਾ ਸੀ, ਜਾਂ ਹੋਰ ਮਤਲਬ ਗੁਰਪੁਰਬ ਹੋਣੇ ਜਾਂ ਕੁਛ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ, ਤਾਂ ਛੋਟੇ ਹੁੰਦਿਆਂ ਮਨ 'ਚ ਇਸ ਤਰ੍ਹਾਂ ਹੀ ਹੁੰਦਾ ਸੀ ਵੀ ਸ਼ਾਇਦ ਪਰਮਾਤਮਾ ਮਤਲਬ ਇੱਥੇ ਬਾਹਰ ਗੁਰਦੁਆਰੇ ਸਾਹਿਬ ਆਇਆ ਮਿਲਣਾ ਨਾ। ਇੱਦਾਂ ਨਹੀਂ ਸੀ ਕਿ ਪਤਾ ਇੱਥੋਂ ਸਿਰਫ ਪ੍ਰੇਰਨਾ ਮਿਲਣੀ ਆ ਅਤੇ ਉਹ ਭਗਤੀ ਕੀਤਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ ਨਾ। ਫਿਰ ਕਿਸ ਤਰ੍ਹਾਂ ਮਤਲਬ ਉਹ ਬਚਪਨ ਦੇ ਵਿੱਚ ਮਤਲਬ ਕਿਸ ਤਰ੍ਹਾਂ ਬੱਚੇ ਦਾ ਮਨ ਬਣਿਆ ਹੁੰਦਾ ਨਾ। ਫਿਰ ਉਹ ਜਦੋਂ ਇਨਸਾਨ ਥੋੜ੍ਹਾ ਵੱਡਾ ਹੁੰਦਾ, ਫਿਰ ਉਹਨੂੰ ਥੋੜ੍ਹਾ ਮੋਟਾ ਪਤਾ ਲੱਗਦਾ ਹੈ ਨਾ, ਜਿਸ ਤਰ੍ਹਾਂ ਆਲੇ ਦੁਆਲੇ ਦੇਖ ਕੇ ਕਿ ਵੀ ਹੋਰ ਮਤਲਬ ਕਿਤਾਬਾਂ ਵਗੈਰਾ ਪੜ੍ਹਨ ਦਾ ਜਾਂ ਇਸ ਤਰ੍ਹਾਂ ਹੋਰ ਸਾਖੀਆਂ ਸੁਣਨ ਦਾ, ਫਿਰ ਹੌਲੀ ਹੌਲੀ ਉਹਦਾ ਦਿਮਾਗ ਬਦਲਦਾ ਜਾਂਦਾ। ਪਰ ਅੰਤ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਈਦਾ ਅਤੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੇ ਕੋਲੋਂ ਪਤਾ ਚੱਲਦਾ ਕਿ ਉਹ ਤਾਂ ਅੰਦਰ ਹੀ ਆ, ਉਹ ਤਾਂ ਸਾਡੇ ਨਾਲ ਹੀ ਆ, ਉਹ ਤਾਂ ਹਰ ਵਕਤ ਸਦਾ ਸੰਗ ਹੈ। ਅਤੇ ਪਰ ਸਾਨੂੰ ਮਤਲਬ ਇਸ ਚੀਜ਼ ਦਾ ਪਤਾ ਨਹੀਂ ਹੁੰਦਾ, ਅਤੇ ਜਦੋਂ ਮਤਲਬ ਇਹ ਪਤਾ ਲੱਗਦਾ ਤਾਂ ਫਿਰ ਦੁਨੀਆ ਬਦਲ ਜਾਂਦੀ ਆ। ਹਾਂਜੀ, ਅਤੇ ਕਿੰਨੀ ਪਿਆਰੀ ਚੀਜ਼ ਹੈ ਨਾ। ਉਹ ਪਰਮਾਤਮਾ ਜਿਹਨੇ ਸਾਨੂੰ ਬਣਾਇਆ ਉਹ ਸਾਡੇ ਅੰਗ ਸੰਗ ਆ ਹਰ ਵਕਤ, ਪਰ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ, ਅਹਿਸਾਸ ਹੀ ਨਹੀਂ ਹੁੰਦਾ। ਇਹ ਕਿੰਨੀ ਵੱਡੀ ਚੀਜ਼ ਆ, ਕਿੰਨੀ ਵੱਡੀ ਗੱਲ ਆ ਕਿ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ। ਇਨਸਾਨ ਤੁਰਿਆ ਫਿਰਿਆ ਕਿਸ ਤਰ੍ਹਾਂ ਰਹਿੰਦਾ, ਸਾਹ ਆਉਂਦਾ ਤਾਂ ਤੁਰਿਆ ਫਿਰਦਾ ਨਾ, ਗੱਲਾਂ ਕਰਦਾ, ਸਭ ਕੁਛ ਕਰ ਰਿਹਾ, ਅਤੇ ਉਹ ਸਾਹ ਹੀ ਵਾਹਿਗੁਰੂ ਆ। ਜਿਸ ਦਿਨ ਉਹ ਸਾਹ ਚਲੇ ਗਿਆ ਉਹ ਸਾਹ ਹੀ ਪਰਮਾਤਮਾ, ਉਸ ਦਿਨ ਮਿੱਟੀ ਦੀ ਢੇਰੀ ਆ। ਪਰ ਕਿੰਨੀ ਮਤਲਬ ਅਸਚਰਜ ਖੇਡ ਹੈਗੀ ਪਰਮਾਤਮਾ ਦੀ। ਔਰ ਜਿਸ ਤਰ੍ਹਾਂ ਜੀਵ ਨੂੰ ਇਸ ਦੇ ਬਾਰੇ ਥੋੜ੍ਹਾ ਪਤਾ ਲੱਗਦਾ, ਉਹ ਉਹਦੇ ਤੋਂ ਵੀ ਉੱਪਰ ਦੀ ਅਸਚਰਜਤਾ ਵਾਲੀ ਚੀਜ਼ ਬਣ ਜਾਂਦੀ ਹੈ ਜੀਵ ਲਈ, ਕਿ ਕਿਸ ਤਰ੍ਹਾਂ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਆ, ਕਿਸ ਤਰ੍ਹਾਂ ਇੱਕ ਛੋਟੀ ਜਿਹੀ ਕੀੜੀ ਤੋਂ ਲੈ ਕੇ ਇੱਕ ਵੱਡੇ ਹਾਥੀ ਤੱਕ ਉਹਦੀ ਜੋਤ ਬਰਾਬਰ ਹੈ, ਕਿ ਉਹਦੇ ਵਿੱਚੋਂ ਵੀ ਉਹ ਜੋਤ ਨਿਕਲੀ, ਉਹਦੇ ਵਿੱਚੋਂ ਵੀ ਉਹ ਜੋਤ ਨਿਕਲੀ, ਤਾਂ ਦੋਨੋਂ ਢੇਰੀ ਨੇ। ਪਰ ਉਹ ਕਿੱਡੀ ਚੀਜ਼ ਆ ਅਤੇ ਉਹ ਕਿੰਨੀ ਛੋਟੀ ਜਿਹੀ ਕੀੜੀ ਆ। ਮਤਲਬ ਬੜੇ ਹੀ ਅਸਚਰਜ ਕੌਤਕ ਨੇ ਉਸ ਪਰਵਰਦਿਗਾਰ ਦੇ। ਅਤੇ ਪੰਚਮ ਪਾਤਸ਼ਾਹ ਕਹਿੰਦੇ ਨੇ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1002 'ਤੇ ਰਾਗ ਮਾਰੂ ਆ, ਪੰਚਮ ਪਾਤਸ਼ਾਹ ਜੀ ਦੀ ਬਾਣੀ ਆ। ਪੰਚਮ ਪਾਤਸ਼ਾਹ ਕਹਿੰਦੇ, ਬਾਹਰ ਢੂੰਡਨ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅਨਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਤਹੂੰ ਜਾਇਆ ਥਾ। ਕਹਿੰਦੇ ਗੁਰੂ ਨੇ ਮੈਨੂੰ ਮੇਰੇ ਹਿਰਦੇ ਘਰ ਵਿੱਚ ਹੀ ਪਰਮਾਤਮਾ ਦਿਖਾ ਦਿੱਤਾ। ਫਿਰ ਇਸ ਨਾਲ ਕਹਿੰਦੇ ਮੈਂ ਹੁਣ ਬਾਹਰ ਜੰਗਲਾਂ 'ਚ ਉਹਨੂੰ ਲੱਭਣ ਨਹੀਂ ਜਾਂਦਾ, ਉਹ ਤੋਂ ਮੈਂ ਬਚ ਗਿਆ। ਫਿਰ ਕਹਿੰਦੇ ਜਦੋਂ ਅੰਦਰ ਹਿਰਦੇ ਦੇ ਵਿੱਚ ਉਸ ਅਸਚਰਜ ਪਰਮਾਤਮਾ ਦਾ ਇੰਨਾ ਸੋਹਣਾ ਰੂਪ ਦੇਖ ਲਿਆ, ਅਨੁਭਵ ਕਰ ਲਿਆ, ਫਿਰ ਕਹਿੰਦੇ ਹੁਣ ਮੇਰਾ ਮਨ ਉਸ ਪਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾਂਦਾ, ਹੁਣ ਟਿਕ ਗਿਆ, ਹੁਣ ਆਰਾਮ 'ਚ ਆ ਗਿਆ। ਕਹਿੰਦੇ ਇਹ ਜਿਸ ਤਰ੍ਹਾਂ ਬੜੀ ਹੈਰਾਨੀ ਦੀ ਮਤਲਬ ਪਰਮਾਤਮਾ ਨੇ ਇਹ ਖੇਡ ਬਣਾਈ ਹੋਈ ਆ ਕਿ ਉਹੀ ਜੀਵ ਹੁੰਦਾ, ਉਹੀ ਉਹਦਾ ਸਰੀਰ ਹੁੰਦਾ, ਉਹੀ ਸਭ ਕੁਛ ਹੁੰਦਾ, ਪਰ ਉਹਦੇ ਅੰਦਰ ਜਿਹੜੀ ਉਹਦੀ ਆ ਸੋਚਣ ਦੀ ਜਿਹੜੀ ਆ ਉਹ ਸ਼ਕਤੀ ਬਦਲ ਜਾਂਦੀ ਆ, ਉਹਦਾ ਮਤਲਬ ਸੋਚਣ ਦਾ ਢੰਗ ਬਦਲ ਜਾਂਦਾ, ਉਹਦੇ ਅੰਦਰੋਂ ਮਤਲਬ ਕੁਛ ਇਸ ਤਰ੍ਹਾਂ ਬਦਲ ਜਾਂਦਾ ਕਿ ਉਹਨੂੰ ਉਹ ਪਰਮਾਤਮਾ ਆਪਣੇ ਅੰਗ ਸੰਗ ਮਹਿਸੂਸ ਹੋਣ ਲੱਗ ਜਾਂਦਾ। ਕਿੰਨੀ ਪਿਆਰੀ ਖੇਡ ਆ। ਔਰ ਜਦੋਂ ਤੱਕ ਇਸ ਦਾ ਪਤਾ ਨਹੀਂ ਹੁੰਦਾ ਅਤੇ ਇਨਸਾਨ ਬੜਾ ਇੱਕ ਅਲੱਗ ਤਰ੍ਹਾਂ ਦਾ ਮਤਲਬ ਉਹਦਾ ਸੁਭਾਅ ਹੁੰਦਾ, ਉਹ ਅਲੱਗ ਤਰ੍ਹਾਂ ਦਾ ਇਨਸਾਨ ਹੁੰਦਾ।
ਕਿਸ ਤਰ੍ਹਾਂ ਪਰਮਾਤਮਾ ਨੇ ਸਾਰੀ ਖੇਡ ਬਣਾਈ ਹੋਈ ਆ, ਉਹਦੀਆਂ ਉਹੀ ਜਾਣੇ। ਅਤੇ ਸਾਡੇ ਤੇ ਮਤਲਬ ਵੱਡੇ ਭਾਗ ਨੇ, ਸਾਨੂੰ ਗੁਰੂ ਸਾਹਿਬਾਨ ਨੇ ਇਹ ਸਾਰੀਆਂ ਗੱਲਾਂ ਦੱਸ ਗਏ ਨੇ, ਭਗਤ ਸਾਹਿਬਾਨ, ਕਿ ਪਰਮਾਤਮਾ ਕਿੱਥੇ ਅਸੀਂ ਉਹਨੂੰ ਪਾ ਸਕਦੇ ਹਾਂ, ਕਿਵੇਂ ਪਾ ਸਕਦੇ ਹਾਂ। ਗੁਰਬਾਣੀ ਆਪਾਂ ਨੂੰ ਸਮਝਾਉਂਦੀ ਆ ਸੰਗਤ ਜੀ, ਉਪਦੇਸ਼ ਦਿੰਦੀ ਆ, ਸਾਨੂੰ ਸਿੱਖਿਆ ਦਿੰਦੀ ਆ ਕਿ ਅਸੀਂ ਕਰਨਾ ਕੀ ਆ ਅਤੇ ਕਿਵੇਂ ਕਰਨਾ। ਕਰਨਾ ਤਾਂ ਜੀਵ ਨੂੰ ਆਪ ਹੀ ਪੈਣਾ ਨਾ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਜਿਸ ਤਰ੍ਹਾਂ ਇਹ ਹੈ ਕਿ ਜਦੋਂ ਅਸੀਂ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ, ਵਾਹਿਗੁਰੂ ਜੀ ਦਾ ਜਾਪ ਕਰਿਆ, ਅਸੀਂ ਉਹਦਾ ਵਾਹਿਗੁਰੂ ਮੰਤਰ ਨੂੰ ਵਾਰ-ਵਾਰ ਦੁਹਰਾਉਂਦੇ ਹਾਂ। ਉਹ ਅਸੀਂ ਆਪ ਹੀ ਮਤਲਬ ਵਾਹਿਗੁਰੂ ਦੀ ਧੁਨ, ਉਹਨੂੰ ਧੁਨਾਕਾਰ ਆਵਾਜ਼ 'ਚ ਬੋਲਦੇ ਹਾਂ, ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਉਹ ਜਿਹੜੀ ਧੁਨ ਬਣਦੀ ਆ, ਉਸ ਧੁਨ ਦੇ ਵਿੱਚ ਸਾਡਾ ਧਿਆਨ ਆ। ਇਸ ਤਰ੍ਹਾਂ ਹੌਲੀ ਹੌਲੀ ਜਦੋਂ ਧਿਆਨ ਟਿਕਦਾ ਜਾਂਦਾ ਅਤੇ ਇੱਕ ਦਿਨ ਉਹਦੇ ਚਰਨਾਂ ਦੇ ਵਿੱਚ ਟਿਕ ਜਾਂਦਾ। ਇਸ ਤਰ੍ਹਾਂ ਕਹਿੰਦੇ ਫਿਰ ਜੀਵ ਉਸ ਅਕਥ ਦੀ ਕਹਾਣੀ ਨੂੰ ਗੁਰੂ ਦੇ ਮੰਤਰ ਦੇ ਰਾਹੀਂ ਜਾਣ ਲੈਂਦਾ। ਨਾਮ ਦੇ ਵਿੱਚ ਬਹੁਤ ਸ਼ਕਤੀ ਆ, ਨਾਮ ਦੇ ਨਾਲ ਸਾਰੀ ਖੇਡ ਬਣਦੀ ਆ। ਇਸ ਤਰ੍ਹਾਂ ਹੀ ਪੰਚਮ ਪਾਤਸ਼ਾਹ ਕਹਿੰਦੇ ਨੇ, ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 520  'ਤੇ ਹੈ ਤੁਕ। ਆਵੇ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿਠਿਆਂ। ਆਵੇ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿਠਿਆਂ। ਕਹਿੰਦੇ ਵੀ ਜਿਹੜੇ ਤੇਰੀ ਭਗਤੀ ਕਰਦੇ ਨੇ, ਤੇਰਾ ਨਾਮ ਜਪਦੇ ਨੇ, ਜਦੋਂ ਉਹਨਾਂ ਦੀ ਸੰਗਤ ਮਿਲਦੀ ਆ ਨਾ, ਕਹਿੰਦੇ ਸਾਹਿਬ ਚਿੱਤ ਆ ਜਾਂਦਾ, ਸਾਹਿਬ ਦਾ ਚੇਤਾ ਆ ਜਾਂਦਾ ਉਹਨਾਂ ਨੂੰ ਦੇਖ ਕੇ। ਜਿਸ ਤਰ੍ਹਾਂ ਕੋਈ ਚੀਜ਼ ਆਪਾਂ ਕਹਿ ਲਈਏ ਕਿ ਇਹ ਚੀਜ਼ ਉੱਥੇ ਦੀ ਮਤਲਬ ਬਣੀ ਹੋਈ ਹੈ, ਜਾਂ ਇਹ ਚੀਜ਼ ਉਹਦੇ ਬਾਰੇ ਦੱਸਦੀ ਹੈ, ਫਿਰ ਆਪਾਂ ਨੂੰ ਉਹਦੇ ਬਣਾਉਣ ਵਾਲੇ ਦਾ ਜਾਂ ਉਸ ਚੀਜ਼ ਦੇ ਨਾਲ ਤਾਲੁਕਾਤ ਰੱਖਣ ਵਾਲੇ ਸਾਰੇ ਯਾਦ ਆ ਜਾਂਦੇ ਨੇ ਨਾ। ਇਸ ਤਰ੍ਹਾਂ ਹੀ ਭਗਤ ਨੇ ਜਿਹੜੇ, ਉਹਦੀ ਭਗਤੀ ਕਰਦੇ ਨੇ ਪਰਮਾਤਮਾ ਦੀ। ਫਿਰ ਜਦੋਂ ਅਸੀਂ ਭਗਤਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਜਿਹੜੇ ਭਗਤ ਜਿਹਦੀ ਭਗਤੀ ਕਰਦੇ ਨੇ, ਸਾਨੂੰ ਉਹ ਵੀ ਚੇਤੇ ਆ ਜਾਂਦਾ। ਆਵੈ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿਠਿਆਂ। ਆਵੈ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿਠਿਆਂ। ਕਿੰਨਾ ਪਿਆਰਾ ਸ਼ਬਦ ਆ। ਕਿਸ ਤਰ੍ਹਾਂ ਭਗਤਾਂ ਦੇ ਦਰਸ਼ਨ ਹੋਇਆ, ਸਾਨੂੰ ਸਾਡਾ ਸਾਹਿਬ ਚੇਤੇ ਆ ਜਾਂਦਾ। ਫਿਰ ਪੰਚਮ ਪਾਤਸ਼ਾਹ ਗੌੜੀ ਸੁਖਮਨੀ ਮਹੱਲਾ 5ਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 285 'ਚ ਫਰਮਾਉਂਦੇ ਨੇ, ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਕਹਿੰਦੇ ਜਿਹੜੇ ਹਿਰਦੇ ਨੂੰ ਉਸ ਪਰਮਾਤਮਾ 'ਤੇ ਵਿਸ਼ਵਾਸ ਵੱਜ ਜਾਂਦਾ, ਉਸ ਦੇ ਅੰਦਰ ਪਰਮਾਤਮਾ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਆ। ਉਸ ਦੀ ਪਰਮਾਤਮਾ ਦੇ ਨਾਲ ਜਾਣ ਪਹਿਚਾਣ ਹੋ ਜਾਂਦੀ ਆ। ਉਸ ਨੂੰ ਜੀਵਨ ਦੀ ਅਸਲੀਅਤ ਬਾਰੇ ਗਿਆਨ ਹੋ ਜਾਂਦਾ। ਪਹਿਲਾਂ ਪਰਮਾਤਮਾ 'ਤੇ ਸ਼ਰਧਾ ਵੱਜ ਜਾਏ,
विश्वास हो जाए कि परमात्मा है और परमात्मा मेरे अंदर ही है, मेरे अंग संग ही है, फिर सारी खेड वरतदी आ। फिर मतलब फिर तो यह गूंगे की मठियाई वाली खेड वरतदी है ना, कि ਉਹਨੂੰ ਮਤਲਬ ਗੂੰਗਾ ਹੁੰਦਾ, ਬੋਲ ਨਹੀਂ ਸਕਦਾ, ਦੱਸ ਨਹੀਂ ਸਕਦਾ ਵੀ ਗੁੜ ਖਾਧਾ ਤੇ ਕਿੰਨਾ ਕੁ ਸਵਾਦ ਆਇਆ, ਪਰ ਗੁੜ ਦਾ ਸਵਾਦ ਉਹਨੂੰ ਬਹੁਤ ਆਉਂਦਾ, ਪਰ ਦੱਸ ਨਹੀਂ ਸਕਦਾ। ਅਤੇ ਇਸ ਤਰ੍ਹਾਂ ਹੀ ਫਿਰ ਜੋ ਪਰਮਾਤਮਾ ਦੇ ਅੰਗ ਸੰਗ ਪਰਮਾਤਮਾ ਨੂੰ ਮਹਿਸੂਸ ਕਰ ਲੈਂਦਾ, ਅਨੁਭਵ ਕਰ ਲੈਂਦਾ, ਉਹ ਬੜਾ ਆਨੰਦ ਵਿੱਚ ਹੋ ਜਾਂਦਾ। ਪਰ ਉਹ ਜਿਹੜੀ ਇਹ ਆਨੰਦ ਦੀ ਅਵਸਥਾ ਕਿਸੇ ਨੂੰ ਦੇ ਨਹੀਂ ਸਕਦਾ, ਉਹ ਸਿਰਫ ਅਨੁਭਵ ਹੀ ਕਰ ਸਕਦਾ। ਹਾਂ ਇਹ ਹੈ ਕਿ ਉਹਨੂੰ ਆਨੰਦ ਵਿੱਚ ਦੇਖ ਕੇ ਦੂਸਰੇ ਮਹਿਸੂਸ ਕਰ ਸਕਦੇ ਨੇ ਵੀ ਇਹਨੂੰ ਕੁਛ ਚੰਗੀ ਚੀਜ਼ ਲੱਭ ਗਈ ਆ, ਵੀ ਜਿਹੜਾ ਇੰਨਾ ਖੁਸ਼ ਆ, ਇੰਨਾ ਸ਼ਾਂਤ ਆ, ਇੰਨੀ ਅਡੋਲਤਾ ਇਹਦੇ ਵਿੱਚ, ਇੰਨੀ ਸਹਿਜਤਾ ਇਹਦੇ ਵਿੱਚ। ਮਤਲਬ ਪਤਾ ਤਾਂ ਲੱਗ ਜਾਂਦਾ, ਛੁਪਾਉਣ ਦੀ ਕੋਸ਼ਿਸ਼ ਕਰੇ ਵੀ ਪਤਾ ਤਾਂ ਲੱਗ ਜਾਂਦਾ, ਪਰ ਉਹ ਪੂਰਾ ਜਿਸ ਤਰ੍ਹਾਂ ਅਹਿਸਾਸ ਨਹੀਂ ਕਿਸੇ ਨੂੰ ਕਰਵਾ ਸਕਦਾ। ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ ਸੰਗਤ ਜੀ, ਰਾਗ ਬਸੰਤ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1181 ਤੇ ਕਹਿੰਦੇ ਭਗਤ ਅਰਾਧੈ ਜੋਗ ਜੁਗਤ, ਭਗਤ ਅਰਾਧੈ ਜੋਗ ਜੁਗਤ। ਕਹਿੰਦੇ ਪਰਮਾਤਮਾ ਨੂੰ ਪਾਉਣ ਦੀ ਜੁਗਤੀ ਇੱਕ ਹੀ ਹੈ। ਉਹ ਕੀ ਹੈ ਕਿ ਭਗਤ ਲੋਕ ਪਰਮਾਤਮਾ ਦੀ ਅਰਾਧਨਾ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ, ਉਹਦਾ ਨਾਮ ਜਪਦੇ ਨੇ, ਉਹਦੇ ਗੁਣਾਂ ਦੀ ਵਿਚਾਰ ਕਰਦੇ ਨੇ। ਇਸ ਤਰ੍ਹਾਂ ਕਹਿੰਦੇ ਭਗਤੀ ਦੇ ਰਸਤੇ 'ਤੇ ਚੱਲਦਿਆਂ ਚੱਲਦਿਆਂ ਫਿਰ ਉਹ ਆਪਣੇ ਪ੍ਰੀਤਮ ਨੂੰ ਮਿਲ ਲੈਂਦੇ ਨੇ। ਉਹਨਾਂ ਨੂੰ ਪ੍ਰੀਤਮ ਦਾ ਅਹਿਸਾਸ ਹੋ ਜਾਂਦਾ ਕਿ ਜੋ ਸਾਡੇ ਅੰਦਰ ਹੈ, ਜੋ ਤਾਕਤ ਹੈ ਸਾਡੀ, ਉਹ ਸਾਡਾ ਪਰਮਾਤਮਾ ਹੈ ਜਿਸ ਨੇ ਸਾਨੂੰ ਸਹਾਰਾ ਦਿੱਤਾ ਹੋਇਆ ਹੈ। ਫਿਰ ਇਸੇ ਕਰਕੇ ਕਹਿੰਦੇ ਨੇ ਜਿਹੜੇ ਭਗਤ ਲੋਕ ਨੇ ਉਹ ਅਚਿੰਤ ਰਹਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਸਾਰੇ ਕਾਰਜ ਪਰਮਾਤਮਾ ਨੇ ਆਪਣੇ ਭਾਣੇ ਦੇ ਵਿੱਚ, ਆਪਣੀ ਰਜ਼ਾ ਦੇ ਅਨੁਸਾਰ ਸਭ ਠੀਕ ਕਰ ਦੇਣੇ ਨੇ। ਉਹ ਫਿਰ ਭਾਣੇ 'ਚ ਵੀ ਰਹਿੰਦੇ ਨੇ। ਜੋ ਵੀ ਮਾਲਕ ਉਹਨਾਂ ਦੇ ਮਾਲਕ ਨੇ ਉਹਨਾਂ ਲਈ ਕੀਤਾ, ਉਹਨਾਂ ਨੂੰ ਉਹ ਸਭ ਮਨਜ਼ੂਰ ਹੁੰਦਾ, ਚਾਹੇ ਉਹ ਉਹਨਾਂ ਦੇ ਆਪਣੇ ਅਨੁਸਾਰ ਹੈ ਜਾਂ ਨਹੀਂ, ਪਰ ਉਹ ਮਾਲਕ ਦੇ ਅਨੁਸਾਰ ਹੈ। ਔਰ ਉਹਨਾਂ ਦੀ ਪ੍ਰੀਤ, ਭਰੋਸਾ, ਆਸਰਾ ਸਭ ਮਾਲਕ 'ਤੇ ਹੈ। ਫਿਰ ਉਹ ਮਾਲਕ 'ਤੇ ਸਭ ਛੱਡ ਕੇ ਆਪ ਅਚਿੰਤ ਰਹਿੰਦੇ ਨੇ, ਸਿਰਫ ਉਹਦੀ ਭਗਤੀ ਕਰਦੇ ਨੇ। ਹੋਰ ਕਿਸੇ ਚੀਜ਼ ਦੀ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਨੇੜਤਾ ਪਰਮਾਤਮਾ ਨਾਲ ਇੰਨੀ ਹੋ ਜਾਂਦੀ ਆ। ਔਰ ਇਹ ਸਭ ਕੁਝ ਹੁੰਦਾ ਉਹਦਾ ਨਾਮ ਜਪਿਆ। ਫਿਰ ਇਸ ਲਈ ਸਾਡੇ ਸਾਰਿਆਂ ਲਈ ਕੀ ਫਬਦਾ ਹੈ ਸੰਗਤ ਜੀ, ਕਿ ਅਸੀਂ ਵੀ ਉਹਦਾ ਨਾਮ ਜਪੀਏ। ਇੱਕ ਦਿਨ ਨਾਮ ਜਪਦਿਆਂ ਜਪਦਿਆਂ ਨਾਮੀ ਦੇ ਨਾਲ ਅਭੇਦਤਾ ਹੋ ਜਾਂਦੀ ਆ। ਉਹ ਮਿਹਰ ਕਰ ਦਿੰਦਾ, ਉਹ ਬਹੁਤ ਦਿਆਲੂ ਆ, ਉਹ ਕਿਰਪਾਲੂ ਆ। ਸਾਡੀ ਘਾਲ ਥਾਏ ਪਾ ਦਿੰਦਾ, ਸਾਡੀ ਘਾਲ ਬਿਰਥੀ ਨਹੀਂ ਜਾਂਦੀ। ਆਓ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਪਰਮਾਤਮਾ ਜੀ ਸਾਨੂੰ ਸਾਰਿਆਂ ਨੂੰ ਆਪਣਾ ਨਾਮ ਦਾਨ ਦਿਓ, ਸਾਨੂੰ ਸਾਰਿਆਂ ਨੂੰ ਆਪਣੀ ਅਨੁਭਵਤਾ ਦਿਓ, ਅਭੇਦਤਾ ਦਿਓ, ਸਾਰਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖੋ। ਹਾਂਜੀ ਸੰਗਤ ਜੀ, ਅੱਜ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।